ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਲੰਘੇ ਕੱਲ੍ਹ ਦਿਨ ਦੇ ਵੇਲੇ ਕਾਫੀ ਗਰਮੀ ਰਹੀ ਹੈ, ਧੁੱਪ ਖਿੜੀ ਰਹੀ ਹੈ ਤੇ ਪੰਜਾਬ ਦੇ ਵਿੱਚ ਤਾਪਮਾਨ 30 ਤੋਂ ਲੈ ਕੇ 31 ਡਿਗਰੀ ਤੱਕ ਲੰਘੇ ਕੱਲ੍ਹ ਦਰਜ ਕੀਤਾ ਗਿਆ। ਘੱਟੋ ਘੱਟ ਤਾਪਮਾਨ 13 ਤੋਂ ਲੈ ਕੇ 14 ਡਿਗਰੀ ਤੱਕ ਸੀਗਾ। ਸੋ ਕਹਿਣ ਦਾ ਭਾਵ ਇਹ ਹੈ ਕਿ ਮੌਸਮ ਦੇ ਵਿੱਚ ਕੋਈ ਬਹੁਤੀ ਤਬਦੀਲੀ ਆਈ ਨਹੀਂ। ਬੇਸ਼ੱਕ ਦੁਆਬਾ ਖਿੱਤੇ ਦੇ ਵਿੱਚ ਕੋਈ ਥਾਵਾਂ ਦੇ ਉੱਤੇ 2 ਦਿਨ ਪਹਿਲਾਂ ਮੀਂਹ ਪਿਆ, ਹਲਕੇ ਤੋਂ ਦਰਮਿਆਨਾ। ਪਰ ਦੂਜੀ ਗੱਲ ਇਹ ਹੈ ਕਿ ਲਗਾਤਾਰ ਦਿੱਲੀ ਦੇ ਵਿੱਚ ਵੀ ਗਰਮੀ ਵੱਧ ਰਹੀ ਹੈ, ਪਰ ਇਸ ਗਰਮੀ ਦੇ ਬਾਵਜੂਦ ਹੌਸਲੇ ਬੁਲੰਦ ਹੈ ਤੇ ਇਸ ਵਕਤ ਕਿਸਾਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਤਾਂ ਕੀਤਾ ਹੀ ਹੋਇਆ, ਅਹਿਦ ਵੀ ਕੀਤਾ ਹੀ ਹੋਇਆ ਕਿ ਅਸੀਂ ਪਿੱਛੇ ਮੁੜ ਕੇ ਨਹੀਂ ਆਉਂਦੇ। ਭਾਵੇਂ ਗਰਮੀ ਦੇ ਵਿੱਚ ਸਾਨੂੰ ਬਹਿਣਾ ਪੈ ਜੇ, ਭਾਵੇਂ ਇੱਥੇ ਪੱਖਾ ਵੀ ਹੋਵੇ ਤੇ ਭਾਵੇਂ ਪੱਖਾ ਵੀ ਨਾ ਹੋਵੇ, ਜਿੰਨੀ ਦੇਰ ਤੱਕ ਸਾਡੇ ਇਹ ਜੋ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ, ਜਿੰਨੀ ਦੇਰ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਘਰਾਂ ਦੇ ਵੱਲ ਪਰਤਣ ਵਾਲੇ ਨਹੀਂ। ਸੋ ਇਸ ਵਕਤ ਵੈਸੇ ਜਾਣਕਾਰੀ ਹੈ ਕਿ ਕੂਲਰ, ਏਸੀ, ਪਾਣੀ ਵਾਲੇ ਪੱਖੇ ਲੱਗਣੇ ਜਿਹੜੇ ਵੱਡੇ ਪੱਧਰ ਦੇ ਉੱਤੇ ਸ਼ੁਰੂਆਤ ਹੋ ਚੁੱਕੀ ਹੈ। ਕਈ ਥਾਵਾਂ ਦੇ ਉੱਤੇ ਲੱਗ ਵੀ ਚੁੱਕੇ ਆ, ਕਈ ਥਾਵਾਂ ਦੇ ਉੱਤੇ ਬੋਰ ਕਿਸਾਨਾਂ ਵੱਲੋਂ ਆਪੇ ਕੀਤੇ ਜਾ ਰਹੇ ਆ ਪਾਣੀ ਦੇ ਪ੍ਰਬੰਧ ਦੇ ਲਈ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਚੋਣ ਸਰਵੇਖਣ ਨਾਲ ਜੁੜੀ ਹੋਈ ਆ। ਆਪਾਂ ਜਾਣਦੇ ਆ ਕਿ 2 ਮਈ ਨੂੰ 5 ਸੂਬਿਆਂ ਦੇ ਚੋਣ ਨਤੀਜੇ ਆਉਣਗੇ। 8 ਪੜਾਵਾਂ ਦੇ ਵਿੱਚ ਪੱਛਮੀ ਬੰਗਾਲ 'ਚ ਵੋਟਾਂ ਪੈਣੀਆਂ, ਕੁੱਲ 5 ਸੂਬਿਆਂ ਦੇ ਵਿੱਚ ਵੋਟਾਂ ਪੈਣੀਆਂ। ਜਿੱਥੇ ਜਿੱਥੇ ਵੋਟਾਂ ਪੈਣੀਆਂ, ਸਿਰ ਧੜ ਦੀ ਬਾਜ਼ੀ ਵੱਖੋ ਵੱਖਰੀਆਂ ਪਾਰਟੀਆਂ ਦੀ ਲੱਗੀ ਹੋਈ ਹੈ। ਇੱਕ ਪਾਰਟੀ ਨੂੰ ਛੱਡ ਕੇ ਦੂਜੀ ਵਿੱਚ, ਦੂਜੀ ਨੂੰ ਛੱਡ ਕੇ ਤੀਜੀ ਦੇ ਵਿੱਚ ਛੜੱਪੇ ਮਾਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਗਈ ਹੈ। ਕਮਾਲ ਇਸ ਗੱਲ ਦੀ ਹੈ ਕਿ ਜਿਹੜਾ ਇੱਕ ਪਾਰਟੀ ਦੇ ਵਿੱਚ ਮਾੜਾ ਹੁੰਦਾ, ਉਹ ਜਦੋਂ ਦੂਜੀ ਪਾਰਟੀ ਦੇ ਵਿੱਚ ਆ ਜਾਂਦਾ ਨਾਲ ਦੀ ਨਾਲ ਦੁੱਧ ਤੋਤਾ ਬਣ ਜਾਂਦਾ। ਜਿਹੜੀ ਪਹਿਲੀ ਪਾਰਟੀ ਹੁੰਦੀ ਆ ਉਹਦੇ ਆਗੂ ਕਹਿਣਾ ਸ਼ੁਰੂ ਕਰ ਦਿੰਦੇ ਇਹਦਾ ਫਾਇਦਾ ਕੋਈ ਨਹੀਂ ਸੀ। ਜਿਹੜੀ ਦੇ ਵਿੱਚ ਉਹ ਗਿਆ ਹੁੰਦਾ ਉਹ ਕਹਿੰਦੇ ਜੀ ਕਿ ਇਸ ਬੰਦੇ ਦੇ ਕਰਕੇ ਸਾਡੀ ਪਾਰਟੀ ਦਾ ਕੱਦ ਬਹੁਤ ਵੱਡਾ ਹੋਇਆ, ਸਾਨੂੰ ਇਹਦਾ ਫਾਇਦਾ ਬਹੁਤ ਹੋਊਗਾ। ਇਹ ਫਾਇਦਾ ਨੁਕਸਾਨ ਆਮ ਲੋਕਾਂ ਦਾ ਕਦੇ ਸੋਚਿਆ ਨਹੀਂ, ਪਰ ਰਾਜਨੀਤਿਕ ਪਾਰਟੀਆਂ ਇਵੇਂ ਹੀ ਕਰਦੀਆਂ ਹੁੰਦੀਆਂ ਤੇ ਇਵੇਂ ਹੀ ਕਰਦਾ ਰਹਿਣਾ ਜਿੰਨੀ ਦੇਰ ਤੱਕ ਮੇਰਾ ਖਿਆਲ ਆ ਵੀ ਸਾਡੀ ਜ਼ਿੰਦਗੀ ਆ। ਤੇ ਅੱਜ ਵੈਸੇ ਜਿਹੜੀ ਸਰਵੇਖਣ ਦੀ ਗੱਲ ਹੈ ਉਹ ਇਹ ਹੈ ਕਿ ਟਾਈਮਜ਼ ਨਾਓ ਤੇ ਸੀ ਵੋਟਰ ਦੇ ਵੱਲੋਂ ਸਰਵੇਖਣ ਪੇਸ਼ ਕੀਤਾ ਗਿਆ। ਇਹ ਸਰਵੇਖਣ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਫਿਰ ਮਮਤਾ ਬੈਨਰਜੀ ਦੀ ਸਰਕਾਰ ਆ ਜਾਣੀ ਹੈ। ਹਾਲਾਂਕਿ ਬਹੁਤ ਵੇਲੇ ਤੋਂ ਪਹਿਲਾਂ ਦੀ ਗੱਲ ਹੈ, ਕਿਉਂਕਿ ਮਾਰਚ ਦੇ ਅਖੀਰ ਦੇ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ ਪੈਣੀਆਂ ਤੇ ਅਪ੍ਰੈਲ ਦੇ ਅਖੀਰ ਤੱਕ 8 ਪੜਾਵਾਂ ਦੀਆਂ ਪੱਛਮੀ ਬੰਗਾਲ ਦੇ ਵਿੱਚ ਵੋਟਾਂ ਪੈਣੀਆਂ। ਪਰ ਇਹ ਵੇਲੇ ਤੋਂ ਪਹਿਲਾਂ ਜਿਹੜਾ ਸਰਵੇਖਣ ਕੀਤਾ ਗਿਆ, ਇਹਦੇ ਮੁਤਾਬਕ ਇੱਕ ਲੋਕਾਂ ਦਾ ਰੁਝਾਨ ਕਹਿ ਲਈਏ ਜਾਂ ਕੁਝ ਕੁ ਲੋਕਾਂ ਦੀ ਇੱਕ ਰਾਏ ਕਹਿ ਲਈਏ, ਉਹ ਪੇਸ਼ ਕੀਤੀ ਗਈ ਹੈ। ਕਿਉਂਕਿ ਵੋਟਾਂ ਦਾ ਮੌਸਮ ਹੋਵੇ ਤੇ ਰਾਤੋਂ ਰਾਤ ਬਾਜ਼ੀ ਪਲਟ ਜਾਂਦੀ ਹੁੰਦੀ ਆ। ਅਸੀਂ ਨਹੀਂ ਜਾਣਦੇ ਵੀ ਇਹ ਸਰਵੇਖਣ ਬਿਲਕੁਲ ਸਹੀ ਸਾਬਤ ਹੋਊਗਾ ਜਾਂ ਨਹੀਂ ਸਹੀ ਸਾਬਤ ਹੋਊਗਾ, ਅਜੇ ਬਹੁਤ ਸਮਾਂ ਬਾਕੀ ਪਿਆ। ਪਰ ਅੰਦਾਜ਼ਾ ਪੇਸ਼ ਕੀਤਾ ਗਿਆ ਕਿ ਪੁਡੂਚੇਰੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣ ਜਾਣੀ ਆ ਤੇ ਕੇਰਲ ਦੇ ਵਿੱਚ ਕਾਮਰੇਡਾਂ ਦੀ ਸਰਕਾਰ ਰਹਿਣੀ ਆ ਤੇ ਜਿਹੜੀ ਪੱਛਮੀ ਬੰਗਾਲ ਆ ਉੱਥੇ ਪਤਾ ਲੱਗਾ ਜੀ ਕਿ ਮਮਤਾ ਬੈਨਰਜੀ ਦੀ ਸਰਕਾਰ ਹੋਣੀ ਆ। ਸੋ ਇਸ ਤਰੀਕੇ ਦੇ ਕਈ ਅੰਦਾਜ਼ੇ ਪੇਸ਼ ਕੀਤੇ ਗਏ ਆ। ਸੋ ਇਹਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਪੇਸ਼ ਕੀਤਾ ਗਿਆ। ਜਿੱਥੇ ਜਿਹਦੀ ਸਰਕਾਰ ਆ ਉਹ ਉੱਥੇ ਉਵੇਂ ਹੀ ਰਹਿ ਜਾਣੀ ਆ ਅੰਦਾਜ਼ੇ ਦੇ ਮੁਤਾਬਕ। ਬਸ ਇੱਕ ਪੁਡੂਚੇਰੀ ਦੀ ਗੱਲ ਛੱਡ ਦਈਏ ਤਾਂ, ਕਿਉਂਕਿ ਪੁਡੂਚੇਰੀ ਦੇ ਵਿੱਚ ਕਾਂਗਰਸ ਦੀ ਸਰਕਾਰ ਡਿੱਗੀ ਗਈ ਆ ਕੁਝ ਕੁ ਸਮਾਂ ਪਹਿਲਾਂ, ਰਾਸ਼ਟਰਪਤੀ ਰਾਜ ਉੱਥੇ ਲਾਗੂ ਕੀਤਾ ਹੋਇਆ ਤੇ ਹੁਣ ਜਦੋਂ ਉੱਥੇ ਵੋਟਾਂ ਪੈਣੀਆਂ ਤਾਂ ਸਰਵੇਖਣ ਦੇ ਮੁਤਾਬਕ ਬੀਜੇਪੀ ਦੀ ਸਰਕਾਰ ਬਣ ਜਾਣੀ ਹੈ। ਵੈਸੇ ਭਾਰਤ ਦੀ ਰਾਜਨੀਤੀ ਕਿਵੇਂ ਧਰਮ ਦੇ ਉੱਤੇ ਕੇਂਦਰਿਤ ਹੋ ਚੁੱਕੀ ਆ। ਭਾਵੇਂ ਕੋਈ ਵੀ ਸੂਬਾ ਹੋਵੇ ਭਾਰਤ ਦਾ, ਉੱਥੇ ਧਰਮ ਦੇ ਨਾਂ ਦੇ ਉੱਤੇ ਹੀ ਪੱਤਾ ਖੇਡਿਆ ਜਾਂਦਾ। ਆਪਾਂ ਜਾਣਦੇ ਹਾਂ ਕਿ ਇਸ ਵਕਤ ਬੀਜੇਪੀ ਤਾਂ ਇੱਕ ਵਿਸ਼ੇਸ਼ ਧਰਮ ਦੇ ਨਾਲ ਹੀ ਜੁੜ ਕੇ ਤੇ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਬੁਰਜ ਖੜਾ ਕਰ ਚੁੱਕੀ ਹੈ ਕਿ ਸਾਡੇ ਕਰਕੇ ਹੀ ਧਰਮ ਸੁਰੱਖਿਅਤ ਨਹੀਂ ਤਾਂ ਔਖਾ ਕੰਮ ਹੈ। ਪਰ ਮਮਤਾ ਬੈਨਰਜੀ ਨੇ ਇਹ ਗੱਲ ਕਹੀ ਹੈ ਪੈਦਲ ਮਾਰਚ ਦੇ ਮੌਕੇ ਕਿ ਮੇਰੇ ਉੱਤੇ ਜਾਂ ਤ੍ਰਿਣਮੂਲ ਕਾਂਗਰਸ ਦੇ ਉੱਤੇ ਬੀਜੇਪੀ ਹਿੰਦੂ ਕਾਰਡ ਬਿਲਕੁਲ ਨਾ ਖੇਡੇ ਤੇ ਮੈਂ ਘਰ ਦੇ ਵਿੱਚੋਂ ਹਰ ਰੋਜ਼ ਚੰਡੀ ਦਾ ਪਾਠ ਕਰਕੇ ਨਿਕਲਦੀ ਹਾਂ। ਮੈਂ ਵੀ ਹਿੰਦੂਆਂ ਦਾ ਬਹੁਤ ਸਤਿਕਾਰ ਕਰਦੀ ਹਾਂ। ਹਾਲਾਂਕਿ ਸਤਿਕਾਰ ਮੁਸਲਮਾਨਾਂ ਦਾ, ਸਿੱਖਾਂ ਦਾ, ਈਸਾਈਆਂ ਦਾ, ਜੈਨੀਆਂ ਦਾ, ਬੋਧੀਆਂ ਦਾ, ਹਿੰਦੂਆਂ ਦਾ, ਸਭ ਦਾ ਹੋਣਾ ਚਾਹੀਦਾ। ਪਰ ਧਰਮ ਵਿਸ਼ੇਸ਼ ਦੀ ਗੱਲ ਸਭ ਨੂੰ ਕਿਵੇਂ ਕਰਨੀ ਪੈਂਦੀ ਆ, ਮੈਂ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਹੈਰਾਨ ਜ਼ਰੂਰ ਹੋਇਆ। ਭਾਵੇਂ ਪੰਜਾਬ ਦੀ ਗੱਲ ਕਰਕੇ, ਭਾਵੇਂ ਕਿਸੇ ਹੋਰ ਸੂਬੇ ਦੀ, ਧਰਮ ਦੀ ਗੱਲ ਕਰਨੀ ਹੀ ਪੈਂਦੀ ਆ ਭਾਰਤ ਦੇ ਵਿੱਚ। ਕਿਉਂਕਿ ਲੋਕ ਆ ਜਿਹੜੇ ਉਹ ਧਰਮ ਦੇ ਫਲਸਫੇ ਨੂੰ ਸਮਝਣ ਜਾਂ ਨਾ ਸਮਝਣ, ਧਰਮ ਦੇ ਵੱਲੋਂ ਜੋ ਦੱਸਿਆ ਗਿਆ ਉਹਦੇ ਮੁਤਾਬਕ ਚੱਲਣ ਜਾਂ ਨਾ ਚੱਲਣ, ਪਰ ਧਰਮ ਦੀ ਖਾਤਰ ਕਰਦੇ ਸਾਰਾ ਕੁਝ ਹੀ ਆ, ਮੰਨਦੇ ਭਾਵੇਂ ਉਹਦੀ ਬਿਲਕੁਲ ਨਹੀਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਦੇ ਵਿੱਚ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਸਿਖਰ ਦੇ ਉੱਤੇ ਨੇ। ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਤੇ ਪੁਡੂਚੇਰੀ ਦੇ ਵਿੱਚ ਚੋਣਾਂ ਹੋਣੀਆਂ ਨੇ। ਇਹਨਾਂ ਸੂਬਿਆਂ ਦੇ ਵਿੱਚ ਅਪ੍ਰੈਲ ਮਈ ਨੂੰ ਸਰਕਾਰਾਂ ਦਾ ਕਾਰਜਕਾਲ ਪੂਰਾ ਹੋਣ ਵਾਲਾ। ਪੱਛਮੀ ਬੰਗਾਲ ਦੇ ਵਿੱਚ 294 ਸੀਟਾਂ, ਤਾਮਿਲਨਾਡੂ 'ਚ 234, ਕੇਰਲ ਦੇ ਵਿੱਚ 140, ਅਸਾਮ ਦੇ ਵਿੱਚ 126 ਤੇ ਪੁਡੂਚੇਰੀ ਦੇ ਵਿੱਚ 30 ਸੀਟਾਂ ਵਾਸਤੇ ਵੋਟਾਂ ਪੈਣੀਆਂ ਨੇ। 2 ਮਈ ਨੂੰ 5 ਸੂਬਿਆਂ ਦੇ ਚੋਣ ਨਤੀਜੇ ਸਾਹਮਣੇ ਆਉਣਗੇ। ਇਸ ਦੌਰਾਨ ਸੀ ਵੋਟਰ ਚੋਣ ਸਰਵੇਖਣ ਦੇ ਵਿੱਚ ਸਾਹਮਣੇ ਆਇਆ ਕਿ ਪੱਛਮੀ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਤੇ ਅਸਾਮ ਦੇ ਵਿੱਚ
ਵਿੱਚ ਬੀਜੇਪੀ ਦੀ ਐਨਡੀਏ ਸਰਕਾਰ ਆਪਣੀ ਕੁਰਸੀ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਏਗੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ 27 ਮਾਰਚ ਨੂੰ ਪੈਣੀਆਂ, ਦੂਜੇ ਪੜਾਅ ਦੇ ਲਈ 1 ਅਪ੍ਰੈਲ ਨੂੰ ਤੇ ਤੀਜੇ ਪੜਾਅ ਦੇ ਲਈ 6 ਅਪ੍ਰੈਲ ਨੂੰ, ਚੌਥੇ ਪੜਾਅ ਦੇ ਲਈ 10 ਅਪ੍ਰੈਲ ਨੂੰ ਤੇ 8ਵੇਂ ਤੇ ਆਖਰੀ ਪੜਾਅ ਦੇ ਲਈ 29 ਅਪ੍ਰੈਲ ਨੂੰ ਵੋਟਾਂ ਪੈਣੀਆਂ ਨੇ। ਇਸ ਸੀ ਵੋਟਰ ਤੇ ਟਾਈਮਜ਼ ਨਾਓ ਦੇ ਸਰਵੇਖਣ ਮੁਤਾਬਕ ਤ੍ਰਿਣਮੂਲ ਕਾਂਗਰਸ ਨੂੰ 154 ਸੀਟਾਂ ਮਿਲ ਸਕਦੀਆਂ ਨੇ, ਬੀਜੇਪੀ ਨੂੰ 107 ਸੀਟਾਂ ਤੇ ਲੈਫਟ ਤੇ ਕਾਂਗਰਸ ਨੂੰ ਇੱਥੇ 33 ਸੀਟਾਂ ਮਿਲ ਸਕਦੀਆਂ ਨੇ ਅੰਦਾਜ਼ੇ ਦੇ ਮੁਤਾਬਕ। ਤਾਮਿਲਨਾਡੂ ਦੇ ਵਿੱਚ 234 ਵਿਧਾਨ ਸਭਾ ਸੀਟਾਂ ਦੇ ਲਈ 6 ਅਪ੍ਰੈਲ ਨੂੰ ਵੋਟਾਂ ਪੈਣੀਆਂ ਨੇ। ਇੱਥੇ ਘੱਟੋ ਘੱਟ 118 ਸੀਟਾਂ ਚਾਹੀਦੀਆਂ ਨੇ ਬਹੁਮਤ ਦੇ ਲਈ ਤੇ 24 ਮਈ ਨੂੰ ਇੱਥੋਂ ਦੀ ਸਰਕਾਰ ਦਾ ਕਾਰਜਕਾਲ ਮੁੱਕ ਜਾਣਾ। ਸਰਵੇਖਣ ਦੇ ਮੁਤਾਬਕ ਕਾਂਗਰਸ ਨੂੰ ਇੱਥੋਂ 158 ਸੀਟਾਂ ਮਿਲ ਸਕਦੀਆਂ ਨੇ, ਬੀਜੇਪੀ ਨੂੰ 65 ਤੇ ਹੋਰ ਪਾਰਟੀਆਂ ਨੂੰ 11 ਸੀਟਾਂ। ਕੇਰਲ ਦੇ ਵਿੱਚ 140 ਸੀਟਾਂ ਦੇ ਲਈ 6 ਅਪ੍ਰੈਲ ਨੂੰ ਵੋਟਾਂ ਪੈਣਗੀਆਂ। 1 ਜੂਨ ਨੂੰ ਇੱਥੇ ਕਾਰਜਕਾਲ ਖਤਮ ਹੋ ਜਾਣਾ ਤੇ LDF ਨੂੰ 82 ਸੀਟਾਂ, UDF ਨੂੰ 56 ਸੀਟਾਂ ਤੇ ਬੀਜੇਪੀ ਨੂੰ ਇੱਥੋਂ 1 ਸੀਟ ਮਿਲਣ ਦਾ ਅੰਦਾਜ਼ਾ ਪੇਸ਼ ਕੀਤਾ ਗਿਆ। ਅਸਾਮ ਦੇ ਵਿੱਚ 126 ਸੀਟਾਂ ਦੇ ਲਈ 3 ਪੜਾਵਾਂ 'ਚ ਵੋਟਾਂ ਪੈਣੀਆਂ ਨੇ। ਪਹਿਲੇ ਪੜਾਅ ਦੀਆਂ ਵੋਟਾਂ 27 ਮਾਰਚ ਨੂੰ ਪੈਣਗੀਆਂ ਤੇ ਇਹਦੇ ਲਈ 33,000 ਦੇ ਕਰੀਬ ਪੋਲਿੰਗ ਸਟੇਸ਼ਨ ਅਸਾਮ ਦੇ ਵਿੱਚ ਬਣਾਏ ਗਏ ਨੇ। ਬੀਜੇਪੀ ਨੂੰ ਅਸਾਮ ਦੇ ਵਿੱਚ 67 ਸੀਟਾਂ ਮਿਲਣ ਦੀ ਆਸ ਪ੍ਰਗਟਾਈ ਗਈ ਹੈ, ਕਾਂਗਰਸ ਨੂੰ 57 ਸੀਟਾਂ ਤੇ ਹੋਰ ਪਾਰਟੀਆਂ ਨੂੰ 2 ਸੀਟਾਂ ਤੇ ਪੁਡੂਚੇਰੀ ਦੇ ਵਿੱਚ 30 ਸੀਟਾਂ ਦੇ ਉੱਤੇ 6 ਅਪ੍ਰੈਲ ਨੂੰ ਵੋਟਾਂ ਪੈਣੀਆਂ ਨੇ। 17 ਸੀਟਾਂ ਘੱਟੋ ਘੱਟ ਚਾਹੀਦੀਆਂ ਇੱਥੇ ਸਰਕਾਰ ਬਣਾਉਣ ਦੇ ਲਈ। ਬੀਜੇਪੀ ਨੂੰ ਇੱਥੋਂ 18 ਸੀਟਾਂ ਤੇ ਕਾਂਗਰਸ ਨੂੰ ਇੱਥੋਂ 12 ਸੀਟਾਂ ਮਿਲਣ ਦੀ ਆਸ ਪ੍ਰਗਟ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਵਕਤ ਬੇਸ਼ੱਕ ਸਾਰੇ ਸੂਬਿਆਂ ਦੇ ਵਿੱਚ ਹੀ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ, ਪਰ ਬਹੁ ਗਿਣਤੀ ਲੋਕਾਂ ਦਾ ਧਿਆਨ ਪੱਛਮੀ ਬੰਗਾਲ ਦੇ ਵੱਲ ਕੇਂਦਰਿਤ ਹੈ। ਪੱਛਮੀ ਬੰਗਾਲ ਦੇ ਵਿੱਚ 10 ਸਾਲ ਤੋਂ ਮਮਤਾ ਬੈਨਰਜੀ ਦੀ ਸਰਕਾਰ ਹੈ। ਦਿਨ ਰਾਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬੀਜੇਪੀ ਦੇ ਵੱਲੋਂ ਕਿ ਐਤਕੀ ਸਰਕਾਰ ਅਸੀਂ ਬਣਾ ਲਈਏ ਪੱਛਮੀ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਨੂੰ ਡਿੱਗਣ ਦੇ ਲਈ, ਮਮਤਾ ਬੈਨਰਜੀ ਦੀ ਪਾਰਟੀ ਦੇ ਵਿੱਚ ਖਿਲਾਰਾ ਪਾਉਣ ਦੇ ਲਈ ਹਰ ਰੋਜ਼ ਕੁਝ ਨਾ ਕੁਝ ਹੁੰਦਾ। ਜਿਨ੍ਹਾਂ ਨੂੰ ਹੁਣ ਟਿਕਟਾਂ ਨਹੀਂ ਮਿਲੀਆਂ, ਯਾਨੀ ਕਿ ਤ੍ਰਿਣਮੂਲ ਕਾਂਗਰਸ ਦੇ ਵਿੱਚ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ, ਉਹ ਛੜੱਪਾ ਮਾਰ ਕੇ ਬੀਜੇਪੀ ਦੇ ਵਿੱਚ ਆਏ ਆ ਤੇ ਪਿਛਲੇ ਕਈ ਮਹੀਨਿਆਂ ਤੋਂ ਬੀਜੇਪੀ ਦੇ ਵੱਲੋਂ ਵੱਖ-ਵੱਖ ਵਿਧਾਇਕਾਂ ਨੂੰ, ਤ੍ਰਿਣਮੂਲ ਕਾਂਗਰਸ ਦੇ MP ਨੂੰ, ਸਾਬਕਾ MP ਨੂੰ, ਸਾਬਕਾ ਵਿਧਾਇਕਾਂ ਨੂੰ ਪੱਟ ਕੇ ਆਪਣੀ ਪਾਰਟੀ 'ਚ ਸ਼ਾਮਲ ਕੀਤਾ ਜਾ ਰਿਹਾ। ਇਸ ਦੇ ਬਾਵਜੂਦ ਜੇਕਰ ਜਿਵੇਂ ਕਿ ਅੰਦਾਜ਼ਾ ਪੇਸ਼ ਕੀਤਾ ਗਿਆ ਮਮਤਾ ਬੈਨਰਜੀ ਦੀ ਤੀਜੀ ਵਾਰ ਸਰਕਾਰ ਬਣ ਜਾਂਦੀ ਹੈ ਤਾਂ ਇਹ ਇੱਕ ਬਹੁਤ ਚਮਤਕਾਰ ਵਾਲੀ ਗੱਲ ਹੋਣੀ ਹੈ। ਇਹਦੇ ਨਾਲ ਬੀਜੇਪੀ ਦੇ ਮਨੋਬਲ ਦੇ ਉੱਤੇ ਸੱਟ ਵੱਜਣੀ ਕੁਦਰਤੀ ਹੈ, ਕਿਉਂਕਿ ਉਹਨਾਂ ਦੇ ਵੱਲੋਂ ਸਿਰ ਧੜ ਦੀ ਬਾਜ਼ੀ ਲਾਈ ਹੋਈ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਇਸ ਵਕਤ ਜਦੋਂ ਕਿਸਾਨਾਂ ਦੇ ਵੱਲੋਂ ਵੀ ਆਪਣਾ ਜਲਵਾ ਪੇਸ਼ ਕੀਤਾ ਜਾ ਰਿਹਾ, ਕਿਸਾਨ ਇਸ ਵਕਤ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਬੀਜੇਪੀ ਦੇ ਖਿਲਾਫ ਪ੍ਰਚਾਰ ਕਰ ਰਹੇ ਆ। ਇਹ ਗੱਲ ਕਹਿ ਰਹੇ ਆ ਵੀ ਜਿਹਨੂੰ ਮਰਜ਼ੀ ਵੋਟ ਪਾਓ, ਅਸੀਂ ਨਹੀਂ ਕਹਿੰਦੇ ਤ੍ਰਿਣਮੂਲ ਕਾਂਗਰਸ ਨੂੰ ਪਾਓ, ਅਸੀਂ ਨਹੀਂ ਕਹਿੰਦੇ ਕਿਸੇ ਹੋਰ ਪਾਰਟੀ ਨੂੰ ਪਾਓ, ਪਰ ਬੀਜੇਪੀ ਦੇ ਵਿਧਾਇਕ ਨਾ ਜਿੱਤਣ, ਬੀਜੇਪੀ ਨੂੰ ਹਰਾਉਣ ਦੇ ਲਈ ਕਿਸੇ ਮਰਜ਼ੀ ਨੂੰ ਵੋਟ ਪਾਓ, ਉਹ ਤੁਹਾਡੀ ਆਪਣੀ ਮਰਜ਼ੀ 'ਤੇ ਨਿਰਭਰ ਕਰਦੀ ਗੱਲ ਹੈ, ਪਰ ਬੀਜੇਪੀ ਨੂੰ ਹਰਾਓ। ਇਸ ਗੱਲ ਦਾ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਅਸਰ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਸਾਮ ਤੇ ਕੇਰਲ ਦੇ ਵਿੱਚ ਵੀ ਕਿਸਾਨ ਆਗੂ ਹੁਣ ਜਾਣਗੇ। ਉਹਨਾਂ ਨੇ ਕਿਹਾ ਜੀ ਕਿ ਇੱਥੇ ਵੀ ਅਸੀਂ ਸਰਕਾਰ ਨੂੰ ਨਹੀਂ ਬਣਨ ਦੇਣਾ, ਬੀਜੇਪੀ ਦੀ ਸਰਕਾਰ ਨੂੰ, ਕਿਉਂਕਿ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬੀਜੇਪੀ ਦੇ ਵੱਲੋਂ ਕਿ ਹਰ ਥਾਂ ਤੇ ਸਾਡੀ ਸਰਕਾਰ ਬਣੇ। ਸੋ ਕਿਸਾਨਾਂ ਦੇ ਵੱਲੋਂ ਜਿਹੜੀ ਚੁਣੌਤੀ ਪੇਸ਼ ਕੀਤੀ ਜਾ ਰਹੀ ਹੈ ਉਹ ਇੱਕ ਬਹੁਤ ਵੱਡੀ ਚੁਣੌਤੀ ਆ। ਦੂਜੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਮਹਿੰਗਾਈ ਵਧੀ ਹੈ, ਜਿਸ ਤਰੀਕੇ ਨਾਲ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਪਈ ਹੈ, ਜਿਵੇਂ ਕਿ ਭਾਰਤ ਦੇ ਵਿੱਚ ਸਿਲੰਡਰ ਬੇਹੱਦ ਮਹਿੰਗਾ ਹੋ ਚੁੱਕਿਆ, ਜਿਵੇਂ ਕਿ ਲੋਕਾਂ ਦੀ ਰਸੋਈ ਦੇ ਵਿੱਚੋਂ ਚੀਜ਼ਾਂ ਗਾਇਬ ਹੋ ਰਹੀਆਂ। ਜਨੂੰਨ ਇੱਕ ਪਾਸੇ ਤੁਸੀਂ ਕਿਸੇ ਵੀ ਪਾਰਟੀ ਦੇ ਪ੍ਰਸ਼ੰਸਕ ਹੋ ਸਕਦੇ ਹੋ, ਭਾਵੇਂ ਕਾਂਗਰਸ ਦੇ ਹੋਵੋ, ਭਾਵੇਂ ਆਪ ਦੇ ਹੋਵੋ, ਭਾਵੇਂ ਮਮਤਾ ਬੈਨਰਜੀ ਦੀ ਪਾਰਟੀ ਦੇ ਹੋਵੋ, ਭਾਵੇਂ ਭਾਜਪਾ ਦੇ ਹੋਵੋ, ਪਰ ਜਿਹੜੇ ਲੋਕ ਸਿਰ ਤੋਂ ਕੰਮ ਲੈਣ ਦੇ ਆਦੀ ਆ, ਜਿਹੜੇ ਕਿ ਸਿਰ ਦੀ ਸਹੀ ਵਰਤੋਂ ਕਰਦੇ ਆ, ਜਿਨ੍ਹਾਂ ਦੇ ਐਨਕਾਂ ਉਹ ਨਹੀਂ ਲੱਗੀਆਂ ਜਿਹੜੀਆਂ ਕਿ ਹਰੇ ਰੰਗ ਦੀਆਂ ਹੋਣ ਤੇ ਉਹਨਾਂ ਨੂੰ ਸੁੱਕਿਆ ਘਾਹ ਵੀ ਹਰਾ ਦਿਸੇ, ਉਹਨਾਂ ਲੋਕਾਂ ਨੂੰ ਪਤਾ ਵੀ ਕਿਹੜੀ ਪਾਰਟੀ ਇਸ ਵਕਤ ਲੋਕਾਂ ਦੀ ਚੀਕ ਕਢਵਾ ਰਹੀ ਹੈ। ਉਹਨਾਂ ਨੂੰ ਪਤਾ ਵੀ ਇਸ ਵਕਤ ਧਰਮ ਦੇ ਪਵਾੜਿਆਂ ਨੂੰ ਕਿਹੜੀ ਪਾਰਟੀ ਦੇ ਵੱਲੋਂ ਖੜਾ ਕੀਤਾ ਜਾ ਰਿਹਾ। ਸੋ ਇਸ ਕਰਕੇ ਲੋਕਾਂ ਦੀ ਮਰਜ਼ੀ ਆ ਵੋਟ ਕਿਹਨੂੰ ਪਾਉਣੀ ਆ, ਕਿਹਨੂੰ ਨਹੀਂ ਪਾਉਣੀ, ਪਰ ਗੱਲ ਇਹ ਆ ਵੀ ਇਸ ਵਕਤ ਦੇਸ਼ ਦੇ ਵਿੱਚ ਜੋ ਰਾਜਨੀਤਿਕ ਮਾਹੌਲ ਹੈ ਉਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ ਹੈ, ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਖਬਰ ਆਉਂਦੀ ਹੈ ਜਿਹੜੀ ਕਿ ਚਿੰਤਾਜਨਕ ਵਰਤਾਰੇ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ। ਸੋ ਪੱਛਮੀ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ, ਪੁਡੂਚੇਰੀ ਦੇ ਵਿੱਚ, ਕੇਰਲ ਦੇ ਵਿੱਚ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਕਿਹੜੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਜੋ ਚੋਣ ਸਰਵੇਖਣ ਪੇਸ਼ ਕੀਤਾ ਗਿਆ ਸੀ ਵੋਟਰ ਤੇ ਟਾਈਮਜ਼ ਨਾਓ ਦੇ ਵੱਲੋਂ, ਇਹ ਕਿੰਨਾ ਕੁ ਸਹੀ ਸਾਬਤ ਹੁੰਦਾ ਇਹ ਆਪਾਂ ਨੂੰ 2 ਮਈ ਨੂੰ ਪਤਾ ਲੱਗਣਾ। ਮੈਂ ਇਸ ਵਰਕੇ ਨੂੰ ਅੱਜ ਸੰਭਾਲ ਕੇ ਰੱਖ ਲੈਣਾ ਤੇ ਪਤਾ ਲੱਗ ਜਾਊਗਾ ਕਿ ਜੋ ਪੇਸ਼ ਕੀਤਾ ਗਿਆ ਇਹਦੇ ਬਰਾਬਰ ਜੇ ਨਤੀਜੇ ਆ, ਇਹਦੇ ਬਰਾਬਰ ਜੇ ਅੰਕੜੇ ਆ, ਜਾਂ ਫਿਰ ਬਹੁਤ ਵੱਡਾ ਫਰਕ ਪੈ ਗਿਆ। ਕਿਉਂਕਿ ਜੇ ਤਾਂ ਮੰਨ ਲਓ ਕਿਸੇ ਥਾਂ ਤੇ ਕਿਹਾ ਵੀ 117 ਸੀਟਾਂ ਮਿਲਣਗੀਆਂ, ਜੇ 110 ਤੋਂ ਲੈ ਕੇ 120 ਤੱਕ ਵੀ ਮਿਲਣ, ਜੇ 125 ਹੋ ਜਾਣ, 102 ਹੋ ਜਾਣ, ਅਸੀਂ ਮੰਨਾਂਗੇ ਜੀ ਕਿ ਉਸ ਸ਼੍ਰੇਣੀ ਦੇ ਵਿੱਚ ਤਾਂ ਅੰਕੜਾ ਹੈਗਾ ਹੀ ਆ। ਪਰ ਜੇਕਰ ਜ਼ਮੀਨ ਅਸਮਾਨ ਦਾ ਅੰਤਰ ਹੋਇਆ ਫਿਰ ਤਾਂ ਆਪਾਂ ਤੁੱਕਾ ਹੀ ਕਵਾਂਗੇ। ਪਰ ਗੱਲ ਇਹ ਆ ਵੀ ਤੀਰ ਬਣਦਾ ਕਿ ਨਹੀਂ ਜੋ ਸਰਵੇਖਣ ਪੇਸ਼ ਕੀਤਾ ਗਿਆ ਇਹਦੇ ਉੱਤੇ ਨਿਗਾਹ ਟਿਕੀ ਰਹਿਣੀ ਆ। ਕਿਸਾਨ ਆਗੂਆਂ ਦੇ ਵੱਲੋਂ ਬਹੁਤ ਵੱਡੇ ਐਲਾਨ ਕੀਤੇ ਗਏ ਆ, ਕਿਉਂਕਿ ਜਿਸ ਤਰੀਕੇ ਦੀ ਹਵਾ ਬਣਾਈ ਜਾ ਰਹੀ ਹੈ ਕਿ ਕਿਸਾਨ ਆਗੂ ਤਾਂ ਭਿੜ ਪਏ
ਕਿਸਾਨ ਆਗੂ ਤਾਂ ਟੁੱਟ ਗਏ। ਕਿਸਾਨਾਂ ਨੇ ਇੱਕ ਜੀ 8-9 ਮੈਂਬਰੀ ਨਵੀਂ ਕਮੇਟੀ ਬਣਾ ਲਈ ਹੈ। ਇਹ ਜਿਹੜੀ 32-33 ਕਿਸਾਨ ਜਥੇਬੰਦੀਆਂ ਸੀਗੀਆਂ, ਇਹਨਾਂ ਦੇ ਵਿੱਚ ਤਾਂ ਹੁਣ ਖਲਾਰਾ ਪੈ ਗਿਆ। ਇੱਦਾਂ ਦੀ ਕੋਈ ਵੀ ਗੱਲ ਨਹੀਂ ਆ। ਲੰਘੇ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਇਹ ਗੱਲ ਆਖੀ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵੱਲ ਕੂਚ ਕਰ ਰਹੇ ਹਾਂ। ਉਹਨਾਂ ਸੂਬਿਆਂ ਦੇ ਵੱਲ ਜਿੱਥੇ ਕਿ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਖੜੀਆਂ, ਬੀਜੇਪੀ ਦੇ ਖਿਲਾਫ ਪ੍ਰਚਾਰ ਕਰਨ ਦਾ ਸਿਲਸਿਲਾ ਸ਼ੁਰੂ ਕਰਨਾ। ਸੋ ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕਿਸਾਨ ਆਗੂਆਂ ਨੇ, ਡਾਕਟਰ ਦਰਸ਼ਨਪਾਲ ਨੇ, ਵੀ ਜਿਹੜੇ ਵੀ ਮੀਡੀਆ ਦੇ ਅੰਗ ਤੇ ਜਿਹੜੇ ਵੀ ਸ਼ਰਾਰਤੀ ਕਿਸਮ ਦੇ ਨੇਤਾ ਇਹ ਪ੍ਰਚਾਰ ਕਰ ਰਹੇ ਆ ਜੀ ਕਿ ਹੁਣ ਛੋਟੀ ਕਮੇਟੀ ਬਣ ਗਈ ਆ, ਇਸ ਕਰਕੇ ਕਈ ਨੇਤਾ ਗੁੱਸੇ ਹੋ ਗਏ ਆ, ਕਿਸਾਨ ਆਗੂ ਗੁੱਸੇ ਹੋ ਗਏ ਆ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕੋਈ ਆਗੂ ਨਹੀਂ, ਅਸੀਂ ਕਿਸਾਨਾਂ ਦੇ ਵਿੱਚੋਂ ਹੀ ਕਿਸਾਨ ਆ ਤੇ ਅਸੀਂ ਇੱਥੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਬੈਠੇ ਆ, ਅਸੀਂ ਕੋਈ ਚੋਣ ਲੜਨ ਵਾਸਤੇ ਨਹੀਂ ਬੈਠੇ। ਦੂਜੀ ਗੱਲ ਇਹ ਹੈ ਵੀ ਕੱਲ੍ਹ ਗੁਰਨਾਮ ਸਿੰਘ ਚੜੂਨੀ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਆਖੀ ਹੈ। ਉਹਨਾਂ ਨੇ ਕਿਹਾ ਜੀ ਕਿ 10 ਮਾਰਚ ਨੂੰ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਬੇਭਰੋਸਗੀ ਜਾਂ ਭਰੋਸੇ ਦੀ ਵੋਟ ਦਾ ਪਤਾ ਲੱਗਣਾ, ਕਿਉਂਕਿ ਕਾਂਗਰਸ ਦੇ ਵੱਲੋਂ ਉੱਥੇ ਚੁਣੌਤੀ ਪੇਸ਼ ਕੀਤੀ ਗਈ ਖੱਟੜ ਦੀ ਸਰਕਾਰ ਨੂੰ ਕਿ ਇੱਥੇ ਦੁਬਾਰਾ ਵੋਟਿੰਗ ਹੋਵੇ, ਯਾਨੀ ਕਿ ਵਿਧਾਨ ਸਭਾ ਦੇ ਵਿੱਚ ਭਰੋਸੇ ਦੀ ਵੋਟ ਸਾਬਤ ਕਰਕੇ ਦਿਖਾਵੇ ਭਾਜਪਾ। ਤੇ ਜੇਕਰ ਉਹਨਾਂ ਨੇ ਕਿਹਾ ਚੜੂਨੀ ਹੋਰਾਂ ਨੇ ਵੀ ਜਿਹੜੀ ਵੀ ਪਾਰਟੀ ਦੇ ਵਿਧਾਇਕ ਆ ਆਜ਼ਾਦ ਹੋਣ ਜਾਂ ਜਨ ਨਾਇਕ ਜਨਤਾ ਪਾਰਟੀ ਦੇ, ਉਹ ਜੇਕਰ ਬੀਜੇਪੀ ਦੇ ਹੱਕ ਦੇ ਵਿੱਚ ਭੁਗਤ ਗਏ ਤਾਂ ਕਿਸਾਨਾਂ ਦੇ ਵੱਲੋਂ ਹਮੇਸ਼ਾ ਵਾਸਤੇ ਕਾਂਟਾ ਫੇਰ ਦਿੱਤਾ ਜਾਊਗਾ। ਉਹ ਜ਼ਿੰਦਗੀ ਦੇ ਵਿੱਚ ਕਦੇ ਚੰਡੀਗੜ੍ਹ ਨਹੀਂ ਵੜ ਸਕਣਗੇ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸਾਨਾਂ ਨੂੰ ਆਪਣਾ ਮੂੰਹ ਨਹੀਂ ਦਿਖਾ ਸਕਣਾ। ਅਸੀਂ ਉਹਨਾਂ ਦੇ ਨਾਲ ਟੱਕਰਾਂਗੇ ਫਿਰ। ਤੇ ਜੇਕਰ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤਦੇ ਆ ਤੇ ਬੀਜੇਪੀ ਦੇ ਖਿਲਾਫ ਵੋਟ ਪਾਉਂਦੇ ਆ ਤਾਂ ਅਸੀਂ ਤੁਹਾਡਾ ਸਤਿਕਾਰ ਵੀ ਕਰਾਂਗੇ ਤੇ ਭਵਿੱਖ ਦੇ ਵਿੱਚ ਵੀ ਤੁਹਾਡਾ ਖਿਆਲ ਰੱਖਾਂਗੇ। ਇਹ ਵੀ ਪਤਾ ਲੱਗਾ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਕੱਲ੍ਹ ਉਹ ਦੁਸ਼ਯੰਤ ਚੌਟਾਲਾ ਜਿਹੜੇ ਕਿ ਉਪ ਮੁੱਖ ਮੰਤਰੀ ਹੈ ਬੀਜੇਪੀ ਦੇ ਨਾਲ ਮਿਲ ਕੇ ਬਣੇ ਹੋਏ ਆ, ਖੱਟੜ ਸਰਕਾਰ ਦੇ ਨਾਲ ਮਿਲ ਕੇ ਹਰਿਆਣੇ ਦੇ ਵਿੱਚ, ਉਹਨਾਂ ਦੇ ਦਫ਼ਤਰ ਤੱਕ ਗਏ ਸੀ ਮੰਗ ਪੱਤਰ ਦੇਣ ਦੇ ਲਈ। ਮੰਗ ਪੱਤਰ ਇਸ ਕਰਕੇ ਦੇਣ ਗਏ ਵੀ ਤੁਸੀਂ ਹੁਣ ਖਹਿੜਾ ਛੱਡੋ ਤੇ ਕਿਸਾਨੀ ਦੇ ਹੱਕ ਦੇ ਵਿੱਚ ਆਓ, ਤੁਸੀਂ ਖੱਟੜ ਨੂੰ ਪਰੇ ਛੱਡੋ ਤੇ ਆਪਾਂ ਹੁਣ ਇਸ ਵਕਤ ਇੱਕ ਮੰਚ ਤੇ ਖੜੇ ਹੋ ਗਏ ਕਿਉਂਕਿ ਕਿਸਾਨੀ ਇਸ ਵਕਤ ਸੰਕਟ ਦੇ ਵਿੱਚੋਂ ਲੰਘ ਰਹੀ ਆ। ਪਰ ਦੁਸ਼ਯੰਤ ਚੌਟਾਲਾ ਦਫ਼ਤਰ ਦੇ ਵਿੱਚ ਮਿਲੇ ਨਹੀਂ ਤੇ ਪਤਾ ਲੱਗਾ ਜੀ ਕੰਧ ਦੇ ਉੱਤੇ ਮੰਗ ਪੱਤਰ ਚਿਪਕਾ ਕੇ ਆਏ ਆ ਕਿਸਾਨ ਤੇ ਇਹ ਬੇਨਤੀ ਕਰਕੇ ਆਏ ਆ ਵੀ ਤੁਸੀਂ ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰਿਓ ਤੇ ਨਹੀਂ ਤਾਂ ਬਾਅਦ ਦੇ ਵਿੱਚ ਵੋਟਾਂ ਦੇ ਮੌਕੇ ਗੌਰ ਅਸੀਂ ਵੀ ਨਹੀਂ ਕਰਨੀ ਤੇ ਫਿਰ ਤੁਸੀਂ ਲਾਮ ਲਸ਼ਕਰ ਜਾ ਚੱਕ ਕੇ ਤੇ ਪਿੰਡਾਂ ਦੇ ਵਿੱਚ ਵੜੇ ਫਿਰਦੇ ਹੁੰਦੇ ਆ ਕਿ ਸਾਨੂੰ ਵੋਟ ਪਾਓ ਜੀ, ਅਸੀਂ ਹਲਕਾ ਬਦਲ ਦਿਆਂਗੇ, ਨੁਹਾਰ ਬਦਲ ਦਿਆਂਗੇ, ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੁਣ ਜੇ ਸਾਡੇ ਬਾਰੇ ਸੋਚੋਗੇ ਅਸੀਂ ਵੋਟਾਂ ਦੇ ਮੌਕੇ ਤੁਹਾਡੇ ਬਾਰੇ ਸੋਚਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਜੀਂਦ ਦੇ ਉਚਾਣਾ ਖੇਤਰ ਦੇ ਵਿੱਚ ਸੈਂਕੜੇ ਕਿਸਾਨਾਂ ਨੇ ਹਰਿਆਣਾ ਸਰਕਾਰ ਡੇਗਣ ਵਾਸਤੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਦਫ਼ਤਰ ਵਿਖੇ ਉਹਨਾਂ ਦੇ ਚੌਂਕੀਦਾਰ ਨੂੰ ਮੰਗ ਪੱਤਰ ਸੌਂਪਿਆ। ਉਪ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਕਰਕੇ ਕਿਸਾਨਾਂ ਵੱਲੋਂ ਮੰਗ ਪੱਤਰ ਦੀ ਇੱਕ ਕਾਪੀ ਦਫ਼ਤਰ ਦੀ ਕੰਧ ਦੇ ਉੱਤੇ ਲਾ ਦਿੱਤੀ ਗਈ। ਮੰਗ ਪੱਤਰ ਦਿੰਦੇ ਹੋਏ ਵੱਡੀ ਗਿਣਤੀ ਦੇ ਵਿੱਚ ਔਰਤਾਂ ਨੇ ਵੀ ਪ੍ਰਦਰਸ਼ਨ 'ਚ ਹਿੱਸਾ ਲਿਆ। ਸੁਰੱਖਿਆ ਦੀ ਖਾਤਰ ਚੌਟਾਲਾ ਦੇ ਦਫ਼ਤਰ ਵਿਖੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਤਾਇਨਾਤ ਸੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੋਂ ਬਾਅਦ ਜੀਂਦ ਦੇ ਹੋਰ ਵਿਧਾਇਕਾਂ ਨੂੰ ਵੀ ਹੁਣ ਮੰਗ ਪੱਤਰ ਸੌਂਪਿਆ ਜਾਵੇਗਾ। ਮੈਮੋਰੰਡਮ ਦੇ ਵਿੱਚ 10 ਮਾਰਚ ਨੂੰ ਹੋਣ ਵਾਲੇ ਵਿਸ਼ਵਾਸ ਪ੍ਰਸਤਾਵ ਦੇ ਵਿੱਚ ਸਰਕਾਰ ਦੇ ਖਿਲਾਫ ਵੋਟ ਪਾਉਣ ਵਾਸਤੇ ਕਿਹਾ ਗਿਆ। ਇਹਨਾਂ ਵਿਧਾਇਕਾਂ ਨੂੰ ਮੰਗ ਪੱਤਰ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਕਿ ਤੁਸੀਂ ਸਰਕਾਰ ਦੇ ਸਮਰਥਨ ਦੇ ਵਿੱਚ ਜੇਕਰ ਵੋਟ ਦਿੰਦੇ ਹੋ ਤਾਂ ਇਸ ਹਲਕੇ ਦੇ ਲੋਕ ਤੁਹਾਨੂੰ ਸਬਕ ਸਿਖਾਉਣ ਵਾਸਤੇ ਮਜਬੂਰ ਹੋਣਗੇ। ਮੰਗ ਪੱਤਰ ਦੇਣ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ ਦੁਸ਼ਯੰਤ ਚੌਟਾਲਾ ਵੋਟਾਂ ਲੈਣ ਸਮੇਂ ਉਚਾਨਾ ਖੇਤਰ ਦੇ ਵਿੱਚ ਆਉਂਦੇ ਨੇ, ਪਰ ਹੁਣ ਕਿਸਾਨਾਂ ਦਾ ਮੰਗ ਪੱਤਰ ਲੈਣ ਵਾਸਤੇ ਉਹਨਾਂ ਦੇ ਕੋਲੇ ਵਕਤ ਨਹੀਂ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਯਮੁਨਾ ਨਗਰ 2 ਵਿਧਾਇਕਾਂ ਦੇ ਦਫ਼ਤਰ ਦੇ ਵਿੱਚ ਪਹੁੰਚੀ ਤੇ ਵਿਸ਼ਵਾਸ ਪ੍ਰਸਤਾਵ ਦੇ ਬਾਰੇ ਕਿਸਾਨਾਂ ਨੂੰ ਵੋਟ ਪਾਉਣ ਦੇ ਲਈ ਮੰਗ ਪੱਤਰ ਦਿੱਤਾ। ਯਮੁਨਾ ਨਗਰ ਦੇ ਵਿੱਚ ਪ੍ਰਦਰਸ਼ਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਨੇ ਜਗਾਦਰੀ ਦੇ ਵਿਧਾਇਕ ਚੌਧਰੀ ਕੰਵਰਪਾਲ ਦੇ ਘਰ ਪਹੁੰਚ ਕੇ ਮੰਗ ਪੱਤਰ ਦਿੱਤਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜੋ ਮੈਨੂੰ ਅੰਦਾਜ਼ਾ ਜਾਪਦਾ ਉਹਦੇ ਮੁਤਾਬਕ ਇਹ ਹੈ ਕਿ 10 ਤਰੀਕ ਨੂੰ ਦੁਸ਼ਯੰਤ ਚੌਟਾਲਾ ਦੇ ਵਿਧਾਇਕ ਆ ਜਿਹੜੇ ਉਹਨਾਂ ਦੀ ਪਾਰਟੀ ਦੇ, ਉਹ ਖੱਟੜ ਦੀ ਸਰਕਾਰ ਤੋਂ ਪਰੇ ਹੋ ਜਾਣਗੇ, ਬੀਜੇਪੀ ਤੋਂ ਕਿਨਾਰਾਕਸ਼ੀ ਕਰ ਲੈਣਗੇ। ਮੈਨੂੰ ਆਸ ਨਹੀਂ ਆ। ਅੱਜ ਸਾਡੀ ਫਿਤਰਤ, ਅੱਜ ਸਾਡੀ ਸੋਚ ਇਹੋ ਜਿਹੀ ਬਣ ਚੁੱਕੀ ਹੈ ਕਿ ਜੇਕਰ ਕਿਸੇ ਦੇ ਕੋਲੇ ਕੋਈ ਛੋਟਾ ਜਿਹਾ ਵੀ ਅਹੁਦਾ ਹੋਵੇ ਉਹ ਨਹੀਂ ਛੱਡ ਕੇ ਰਾਜ਼ੀ। ਸਾਡੇ ਵਿੱਚੋਂ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਕਾਰ ਦੇ ਪਿੱਛੇ ਲਿਖਦੇ ਫਿਰਦੇ ਹੁੰਦੇ ਆ ਕਿ ਸਰਪੰਚ, ਸਾਬਕਾ ਸਰਪੰਚ। ਮੋਟੇ ਅੱਖਰਾਂ ਦੇ ਵਿੱਚ ਸਾਡੇ ਲਈ ਪੂਛ ਦੀ ਬੜੀ ਵੱਡੀ ਅਹਿਮੀਅਤ ਆ। ਅਸੀਂ ਪੂਛ ਤੋਂ ਕਿਨਾਰਾਕਸ਼ੀ ਨਹੀਂ ਕਰ ਸਕਦੇ, ਹੋਰ ਜੋ ਮਰਜ਼ੀ ਹੋ ਜੇ। ਸੋ ਮੈਨੂੰ ਲੱਗਦਾ ਨਹੀਂ ਕਿ ਦੁਸ਼ਯੰਤ ਚੌਟਾਲਾ ਇਸ ਮੋੜ ਦੇ ਉੱਤੇ ਆ ਕੇ ਇਹ ਫੈਸਲਾ ਕਰਨਗੇ ਕਿ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਖੜ ਜਾ ਤੇ ਖੱਟੜ ਹੋਰਾਂ ਨੂੰ ਛੱਡ ਜਾ, ਕਿਉਂਕਿ ਉਹਨਾਂ ਨੂੰ ਉਪ ਮੁੱਖ ਮੰਤਰੀ ਦੀ ਕੁਰਸੀ ਪਿਆਰੀ ਹੈ। ਪਰ ਚੜੂਨੀ ਹੋਰਾਂ ਨੇ ਬੜੀ ਸਾਫ਼ ਤੇ ਸਪਸ਼ਟ ਗੱਲ ਕਹੀ ਹੈ ਕਿ ਜਿਹੜਾ ਅੱਜ ਸਾਡੇ ਹੱਕ ਦੇ ਵਿੱਚ ਖੜੂਗਾ, ਭਵਿੱਖ ਦੇ ਵਿੱਚ ਅਸੀਂ ਉਹਦੇ ਹੱਕ ਦੇ ਵਿੱਚ ਖੜਾਂਗੇ। ਤੇ ਜੇਕਰ ਅੱਜ ਤੁਸੀਂ ਸਾਨੂੰ ਲਾਰੇਬਾਜ਼ੀ ਲਾਉਨੇ ਆ, ਜੇਕਰ ਤੁਸੀਂ ਸਾਨੂੰ ਟਰਕਾਉਨੇ ਹੋ, ਤਾਂ ਫਿਰ ਅਗਲਾ ਸਮਾਂ ਤੁਹਾਡਾ ਨਹੀਂ, ਅਗਲਾ ਸਮਾਂ ਸਾਡਾ, ਤੇ ਫਿਰ ਆਪਾਂ ਉਦੋਂ ਲੈਣ ਦੇਣ ਬਰਾਬਰ ਕਰ ਲੈਣਾ। ਸੋ ਇਸ ਕਰਕੇ ਕਿਸਾਨ ਵੱਡੀ ਗਿਣਤੀ ਦੇ ਵਿੱਚ ਬੀਜੇਪੀ ਦੇ ਵਿਧਾਇਕਾਂ ਨੂੰ ਪਰੇ ਕਰਕੇ ਤੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਤੇ ਜਿਹੜੇ ਉੱਥੋਂ ਦੇ ਆਜ਼ਾਦ ਵਿਧਾਇਕ ਆ ਉਹਨਾਂ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਪਿਛਲੇ ਦਿਨੀ ਇਸ ਗੱਲ ਦਾ
ਸੱਦਾ ਦਿੱਤਾ ਸੀ ਕਿ ਹਰਿਆਣੇ ਦੇ ਕਿਸਾਨ, ਹਰਿਆਣੇ ਦੀਆਂ ਖਾਪ ਪੰਚਾਇਤਾਂ ਆਪੋ ਆਪਣੇ ਖੇਤਰ ਦੇ ਵਿਧਾਇਕਾਂ ਦੇ ਉੱਤੇ ਦਬਾਅ ਬਣਾਉਣ ਕਿ ਜਿਹੜੀ ਇਹ ਵਿਸ਼ਵਾਸ ਦੀ ਵੋਟ ਪੈਣੀ ਆ, ਭਰੋਸਗੀ ਦੀ ਵੋਟ ਪੈਣੀ ਆ, ਜੋ ਬਹੁਮਤ ਸਾਬਤ ਕਰਨ ਦੀ ਗੱਲ ਛਿੜਨੀ ਆ, ਉਹਦੇ ਵਿੱਚ ਖੱਟੜ ਦਾ ਸਾਥ ਨਾ ਦੇਣ। ਉਹਦੇ ਵਿੱਚ ਦੁਸ਼ਯੰਤ ਚੌਟਾਲੇ ਦੇ ਉੱਤੇ ਵੀ ਦਬਾਅ ਬਣਾਇਆ ਜਾਵੇ, ਆਜ਼ਾਦ ਵਿਧਾਇਕਾਂ ਦੇ ਉੱਤੇ ਦਬਾਅ ਬਣਾਇਆ ਜਾਵੇ ਕਿ ਉਹ ਸਰਕਾਰ ਦੇ ਵਿੱਚੋਂ ਬਾਹਰ ਆ ਜਾਣ, ਤੇ ਜੇਕਰ ਇੱਥੇ ਖੱਟੜ ਸਰਕਾਰ ਡਿੱਗ ਪੈਂਦੀ ਆ ਤਾਂ ਉਸ ਤੋਂ ਬਾਅਦ ਸਾਡੀ ਅੱਧੋਂ ਵੱਧ ਜਿੱਤ ਹੋ ਜਾਣੀ ਆ, ਕਿਉਂਕਿ ਬੀਜੇਪੀ ਨੂੰ ਅਸੀਂ ਵੋਟ ਰਾਜਨੀਤੀ ਦੇ ਰਾਹੀਂ ਹੀ ਸਾਰਾ ਕੁਝ ਸਮਝਾਉਣਾ ਚਾਹੁੰਦੇ ਆ, ਉੱਦਾਂ ਸੁਣ ਕੇ ਹਾਲੇ ਤੱਕ ਰਾਜ਼ੀ ਹੀ ਨਹੀਂ। ਸੋ ਵਕਤ ਦੇ ਨਾਲ ਸਾਰਾ ਕੁਝ ਬਿਆਨ ਹੋਣਾ, ਪਰ ਇਸ ਗੱਲ ਦੀ ਆਸ ਨਹੀਂ ਪ੍ਰਤੀਤ ਹੁੰਦੀ ਕਿ ਖੱਟੜ ਦੇ ਨਾਲੋਂ ਸਬੰਧ ਤੋੜੇ ਜਾਣਗੇ ਜਾਂ ਆਜ਼ਾਦ ਵਿਧਾਇਕ ਆ ਜਿਹੜੇ ਉਹ ਬਿਲਕੁਲ ਕਿਨਾਰਾਕਸ਼ੀ ਕਰ ਜਾਣਗੇ, ਕਿਉਂਕਿ ਆਪਾਂ ਜਾਣਦੇ ਪਿਛਲੇ ਦਿਨੀ ਇੱਕ ਵਿਧਾਇਕ ਆ ਜਿਹੜਾ ਬਲਰਾਜ ਕੁੰਡੂ, ਉਹਦੇ ਵੱਲੋਂ ਆਪਣਾ ਸਮਰਥਨ ਜਿਹੜਾ ਉਹ ਵਾਪਸ ਲਿਆ ਗਿਆ ਸੀਗਾ, ਤੇ ਬਾਅਦ ਦੇ ਵਿੱਚ ਉਹਦੇ ਘਰ ਦੇ ਵਿੱਚ ਛਾਪੇਮਾਰੀ ਕਿਵੇਂ ਹੋਈ ਹੈ ਤੇ ਆਪਾਂ ਇਹਦੇ ਮੁਤਲਕ ਸਾਰਾ ਕੁਝ ਜਾਣਦੇ ਹਾਂ। ਸੋ ਉੱਥੋਂ ਦੇ ਵਿਧਾਇਕਾਂ ਨੂੰ ਡਰਾਇਆ ਵੀ ਜਾ ਰਿਹਾ। ਉੱਥੋਂ ਦੇ ਵਿਧਾਇਕ ਭਾਵੇਂ ਆਜ਼ਾਦ ਆ ਭਾਵੇਂ ਕੋਈ ਹੋਰ ਆ, ਉਹ ਇੱਕ ਖਾਸ ਦਬਾਅ ਦੇ ਥੱਲੇ ਵੀ ਚੱਲ ਰਹੇ ਹੋਣਗੇ, ਇਸ ਗੱਲ ਦਾ ਅੰਦਾਜ਼ਾ ਬਾਕੀ ਸਮੇਂ ਨੇ ਸਾਰਾ ਕੁਝ ਆਪੇ ਬਿਆਨ ਕਰ ਦੇਣਾ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ, ਅੱਜ ਸਮਾਪਤੀ ਹੋ ਜਾਣੀ ਹੈ। ਲੰਘੇ ਕੱਲ ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਦੇ ਆਗੂਆਂ ਦੇ ਵੱਲੋਂ ਮਿੱਠੀਆਂ ਗੋਲੀਆਂ ਵੰਡੀਆਂ ਗਈਆਂ, ਲੋਕਾਂ ਨੂੰ ਗੋਲੀਆਂ ਵੰਡੀਆਂ ਗਈਆਂ। ਅਸੀਂ ਨਿੱਕੇ ਹੁੰਦੇ ਜਿਹੜੀਆਂ ਗੋਲੀਆਂ ਖਾਂਦੇ ਸੀ, ਯਾਨੀ ਕਿ ਟੌਫੀਆਂ ਜਿਹਨੂੰ ਹੁਣ ਲੋਕ ਕੈਂਡੀ ਕਹਿੰਦੇ ਆ, ਉਹ ਵੰਡੀਆਂ ਗਈਆਂ। ਤੇ ਖੰਡ ਦੀਆਂ ਇਹ ਗੋਲੀਆਂ ਦਾ ਮਤਲਬ ਇਹ ਸੀ ਵੰਡਣ ਦਾ ਕਿ ਪੰਜਾਬ ਸਰਕਾਰ ਨੇ ਬਜਟ ਦੇ ਵਿੱਚ ਸਿਵਾਏ ਮਿੱਠੀਆਂ ਗੋਲੀਆਂ ਦੇ ਕੁਝ ਨਹੀਂ ਕੀਤਾ। ਸੋ ਇਸ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਖਬਰ ਵੀ ਬਣੀ ਹੈ, ਕਿਉਂਕਿ ਵਿਰੋਧ ਪ੍ਰਗਟਾਵੇ ਦਾ ਵੱਖੋ ਵੱਖਰਾ ਤਰੀਕਾ ਅੱਜ ਕੱਲ੍ਹ ਅਪਣਾਇਆ ਜਾਂਦਾ। ਦੂਜੀ ਵੱਡੀ ਗੱਲ ਇਹ ਹੈ ਕਿ ਇਸ ਵਕਤ ਪੰਜਾਬ ਦੇ ਵਿੱਚ ਵਸੀਲਿਆਂ ਦੀ ਕਿੰਨੀ ਵੱਡੀ ਘਾਟ ਹੈ, ਜਾਂ ਕਹਿ ਦਈਏ ਨੀਤੀਆਂ ਦੀ ਕਿੰਨੀ ਵੱਡੀ ਘਾਟ ਹੈ, ਜਾਂ ਕਹਿ ਦਈਏ ਨੀਤਾਂ ਦੀ ਕਿੰਨੀ ਵੱਡੀ ਘਾਟ ਹੈ, ਆਪਾਂ ਜਾਣਦੇ ਹਾਂ। ਪਰ ਇੱਕ ਹੋਰ ਕਮਾਲ ਦੀ ਗੱਲ ਹੈ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਹ ਗੱਲ ਕਹਿੰਦੇ ਜੀ ਕਿ ਮੇਰੀ ਤੌਬਾ ਹੋ ਗਈ ਹੈ, ਮੈਂ ਅੱਗੇ ਤੋਂ ਵਿੱਤ ਮੰਤਰੀ ਨਹੀਂ ਬਣਨਾ, ਹੋਰ ਜਿਹੜਾ ਮਰਜ਼ੀ ਮਹਿਕਮਾ ਮੈਨੂੰ ਮਿਲ ਜੇ। ਮਤਲਬ ਇਹ ਹੈ ਕਿ ਪੰਜਾਬ ਦੇ ਖਜ਼ਾਨੇ ਬਾਰੇ ਗੱਲ ਕਰਦੇ ਉਹਨਾਂ ਦੀ ਵੀ ਬੱਸ ਜੀ ਹੋਈ ਪਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਲੰਘੇ ਕੱਲ੍ਹ ਵਿਧਾਨ ਸਭਾ ਦੇ ਬਾਹਰ ਮਿੱਠੀਆਂ ਗੋਲੀਆਂ ਵੰਡ ਕੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤੇ ਗਏ ਬਜਟ ਦੇ ਉੱਤੇ ਸਵਾਲ ਚੁੱਕੇ ਨੇ। ਸ਼ਰਨਜੀਤ ਸਿੰਘ ਢਿੱਲੋਂ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਇਸ ਰੋਸ ਪ੍ਰਦਰਸ਼ਨ ਦੌਰਾਨ ਅਕਾਲੀ ਦਲ ਦੇ ਵਿਧਾਇਕਾਂ ਨੇ ਟੌਫੀਆਂ ਦੇ ਰੂਪ ਦੇ ਵਿੱਚ ਮਿੱਠੀਆਂ ਗੋਲੀਆਂ ਵੰਡਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਆਖਰੀ ਬਜਟ ਦੇ ਵਿੱਚ ਹਰ ਵਰਗ ਨੂੰ ਝੂਠ ਬੋਲ ਕੇ ਮਿੱਠੀਆਂ ਗੋਲੀਆਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਜਾਏ ਲੋਕਾਂ ਨੂੰ ਗੁੰਮਰਾਹ ਕਰਨ ਦੇ, ਝੂਠੇ ਲਾਰੇ ਲਾਉਣ ਦੇ, ਆਪਣੇ ਕੀਤੇ ਹੋਏ ਵਾਅਦੇ ਪੂਰੇ ਕਰੇ। ਮਜੀਠੀਆ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਬਜਟ ਵਿੱਚ ਹਰ ਵਰਗ ਨਾਲ ਝੂਠ ਬੋਲਿਆ, ਭਾਵੇਂ ਉਹ ਕਿਸਾਨ, ਨੌਜਵਾਨ, ਐਸਸੀ ਵਰਗ ਹੋਵੇ ਜਾਂ ਬਿਜਲੀ ਦੀਆਂ ਦਰਾਂ ਦਾ ਝੂਠ ਹੋਵੇ, ਹਰ ਵਰਗ ਨੂੰ ਕਾਂਗਰਸ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਤਕੀ ਦੇ ਬਜਟ ਦੇ ਵਿੱਚ ਵੈਟ ਦਰਾਂ ਵਿੱਚ ਕਟੌਤੀ ਕਰਕੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਦੇ ਉੱਤੇ ਵਿੱਤ ਮੰਤਰੀ ਨੇ ਇਸ ਮਾਮਲੇ ਦੇ ਵਿੱਚ ਚੁੱਪ ਹੀ ਵੱਟ ਲਈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ ਵੀ ਇਹ ਵਿਚਾਰ ਸਾਂਝੇ ਕੀਤੇ ਸੀ, ਅੱਜ ਵੀ ਸੰਖੇਪ 'ਚ ਕਰਨੇ ਬਣਦੇ ਆ ਕਿ ਜਦੋਂ ਪੰਜਾਬ ਦੇ ਕੋਲੇ ਆਰਥਿਕ ਵਸੀਲਿਆਂ ਦੀ ਘਾਟ ਹੈ, ਜਦੋਂ ਆਮਦਨ ਨਹੀਂ ਹੋ ਰਹੀ, ਤਾਂ ਫਿਰ ਅਸੀਂ ਇੰਨੇ ਵੱਡੇ ਵਾਅਦੇ ਜਿਹੜੇ ਕਿ ਚੋਣ ਵਰ੍ਹੇ ਦੇ ਵਿੱਚ ਕੀਤੇ ਆ, ਕਿਉਂਕਿ ਇਹ ਆਖਰੀ ਬਜਟ ਸੀ ਸਰਕਾਰ ਦਾ, ਤੇ ਫਿਰ ਇਹ ਕਿਵੇਂ ਪੂਰੇ ਹੋਣਗੇ? ਇਹ ਗੱਲ ਛੋਟੀ ਨਹੀਂ ਹੈ, ਇਹ ਗੱਲ ਬਹੁਤ ਵੱਡੀ ਹੈ। ਲੋਕ ਬੇਸ਼ੱਕ ਐਵੇਂ ਖੁਸ਼ ਹੋਈ ਜਾਣ ਕਿ ਸਾਡੇ ਲਈ ਜੀ ਇੰਨੇ ਹਜ਼ਾਰ ਕਰੋੜ ਰੁਪਈਆ ਲਾਣਤਾ, ਸਾਡੇ ਲਈ ਇੰਨੇ ਸੈਂਕੜੇ ਕਰੋੜ ਰੁਪਈਆ ਲਾਣਤਾ, ਪੈਸੇ ਆਉਣੇ ਕਿੱਥੋਂ ਆ? ਇਹ ਤਾਂ ਬਿਲਕੁਲ ਉਹ ਗੱਲ ਹੈ ਵੀ ਇੱਕ ਬੰਦੇ ਨੇ ਕਿਸੇ ਕੰਪਨੀ ਦੇ ਵਿੱਚ ਜਾ ਕੇ ਨੌਕਰੀ ਕੀਤੀ, ਉਹ ਜਾ ਕੇ ਕੰਪਨੀ ਨੂੰ ਕਹਿੰਦਾ ਜੀ ਕਿ ਮੈਨੂੰ ਨੌਕਰੀ ਤੇ ਰੱਖ ਲਓ, ਤਨਖਾਹ ਸਿਰਫ ਮੈਨੂੰ 55-60 ਹਜ਼ਾਰ ਰੁਪਏ ਚਾਹੀਦੀ ਹੈ। ਉਹ ਕਹਿੰਦੇ ਜੀ ਕੱਲ੍ਹ ਤੋਂ ਤੂੰ ਨੌਕਰੀ ਤੇ ਆ ਜਾ। ਉਹ ਕਹਿੰਦਾ ਜੀ ਮੇਰਾ ਕੰਮ ਕੀ ਹੋਊਗਾ? ਉਹ ਕਹਿੰਦੇ ਬਸ ਤੂੰ ਇਹੀ ਸੋਚਣਾ ਵੀ ਤੈਨੂੰ ਤਨਖਾਹ ਮਿਲਣੀ ਕਦੋਂ ਆ, ਯਾਨੀ ਕਿ ਤੈਨੂੰ ਐਲਾਨ ਕਰਤਾ ਤਨਖਾਹ, ਤੂੰ ਬਸ ਸੋਚੀ ਜਾਣੀ ਆ ਵੀ ਆਉਣੀ ਕਿੱਥੋਂ ਆ, ਮਿਲਣੀ ਕਦੋਂ ਆ, ਪਰ ਤੈਨੂੰ ਮਿਲਣਾ ਮੁਲਣਾ ਕੱਖ ਨਹੀਂ ਗਾ। ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਰਜ਼ਾ ਚੜ੍ਹਿਆ ਹੋਇਆ, ਕੱਲੇ ਵਿਅਕਤੀ ਦੇ ਸਿਰ ਦੇ ਉੱਤੇ 95 ਤੋਂ ਲੈ ਕੇ 96 ਹਜ਼ਾਰ ਰੁਪਏ ਦਾ ਔਸਤ ਕਰਜ਼ਾ ਆਉਂਦਾ ਹੈ। ਜਿਹੜਾ ਬੱਚਾ ਅੱਜ ਜੰਮਦਾ, ਜਿਹੜਾ ਬੱਚਾ ਧਰਤੀ ਦੇ ਉੱਤੇ ਆ ਕੇ ਪਹਿਲੀ ਕਿਲਕਾਰੀ ਮਾਰਦਾ, ਉਹਦੇ ਕਿਲਕਾਰੀ ਮਾਰਨ ਤੋਂ ਪਹਿਲਾਂ 95-96 ਹਜ਼ਾਰ ਰੁਪਏ ਦਾ ਉਹਦੇ ਸਿਰ ਦੇ ਉੱਤੇ ਕਰਜ਼ਾ ਚੜ੍ਹਿਆ ਹੁੰਦਾ। ਸੋ ਪੰਜਾਬ ਕਿਵੇਂ ਸਰਵਾਈਵ ਕਰੂਗਾ? ਪੰਜਾਬ ਕਿਸ ਤਰੀਕੇ ਨਾਲ ਸੱਚੀ ਮੁੱਚੀ ਤਰੱਕੀ ਦਾ ਹੱਕਦਾਰ ਬਣੂਗਾ? ਕਿਵੇਂ ਤਰੱਕੀ ਵਾਲੀ ਲੀਹ ਦੇ ਉੱਤੇ ਤੁਰੂਗਾ? ਇਹਦੇ ਉੱਤੇ ਬਹੁਤ ਸਾਰੇ ਸਵਾਲ ਵੀ ਉੱਠਦੇ ਕੁਦਰਤੀ ਵੀ ਹੈ, ਕਿਉਂਕਿ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਦਿੱਤੀਆਂ ਉਹਨੇ ਮਿੱਠੀਆਂ ਕੋਲ ਗਈਆਂ, ਪਰ ਇਸ ਵਕਤ ਸੂਬੇ ਦੀ ਸਰਕਾਰ ਗੱਲ ਕਹਿ ਰਹੀ ਹੈ ਕਿ ਲਹਿਰਾਂ ਬਹਿਰਾਂ ਲਾਤੀਆਂ, ਇਤਿਹਾਸਕ ਬਜਟ ਆਪਾਂ ਪੇਸ਼ ਕੀਤਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।